ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ। ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਇੱਕ ਖਾਸ ਖਬਰ। ਨਵੀਂ ਚੁਣੀ ਗਈ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੈਕਟਰ 63 ਚੰਡੀਗੜ੍ਹ ਨੇ ਦੱਸੀਆਂ ਸਮੱਸਿਆਵਾਂ। म्यूनसिपल कारपोरेशन चंडीगढ़ वालों प्रॉपर्टी टैक्स 3 गुणा कर देने की सख्त शब्दों विच कीती निखेधी। प्रधान अमर कांगरा ने कहा कि सरकार या नगर निगम नूं सीनियर सिटीजनां दी नहीं है कोई परवाह। आओ देखते हां एक खबर विस्तार सहित। ਚੰਡੀਗੜ੍ਹ ਦੇ ਸੈਕਟਰ 63 ਹਾਊਸਿੰਗ ਬੋਰਡ ਦੇ ਕੰਪਲੈਕਸ ਵਿੱਚ ਨਵੀਂ ਚੁਣੀ ਗਈ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਪੱਤਰਕਾਰਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰ ਕਾਂਗਰਾ ਜੀ ਨੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਵਧਾਏ ਗਏ 3 ਗੁਣਾ ਪ੍ਰਾਪਰਟੀ ਟੈਕਸਾਂ ਤੇ ਹੈਰਾਨੀ ਜਤਾਉਂਦੇ ਕਿਹਾ ਕਿ ਸਾਡੇ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਸਰਕਾਰ ਜਾਂ ਨਗਰ ਨਿਗਮ ਦਾ ਸਾਡੇ ਪ੍ਰਤੀ ਰਵੱਈਆ ਹਮਦਰਦੀ ਵਾਲਾ ਨਹੀਂ ਹੈ। ਸਰਦਾਰ ਹਰਬੰਸ ਸਿੰਘ ਸੱਗੂ ਸਾਬਕਾ ਜਨਰਲ ਸੈਕਟਰੀ, ਰਣਜੀਤ ਸਿੰਘ ਤੇਵਤੀ ਅਮੀਤ ਪ੍ਰਧਾਨ ਅਤੇ ਪਵਨ ਕੁਮਾਰ ਕੇਸਰੀ ਜਨਰਲ ਸੈਕਟਰੀ ਨੇ ਕਿਹਾ ਕਿ ਕੰਪਲੈਕਸ ਵਿੱਚ ਸੜਕਾਂ ਦਾ ਬੁਰਾ ਹਾਲ ਹੈ। ਬੱਚਿਆਂ ਜਾਂ ਬਜ਼ੁਰਗਾਂ ਦੇ ਚੱਲਣ ਲਈ ਸੜਕਾਂ ਦੀਆਂ ਸਾਈਡਾਂ ਤੇ ਕੋਈ ਫੁੱਟਪਾਥ ਨਹੀਂ ਬਣਿਆ ਹੋਇਆ। ਕੰਪਲੈਕਸ ਵਿੱਚ ਬਣੇ ਪਾਰਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸਾਂਭ ਸੰਭਾਲ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੋਂ ਦੇ ਵਸਨੀਕਾਂ ਨੂੰ ਆਏ ਦਿਨ ਪਾਣੀ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਇਸ ਸੁਸਾਇਟੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਸੁਸਾਇਟੀ ਵਿੱਚ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ ਅਤੇ ਨਾ ਹੀ ਕਿਸਾਨ ਸਬਜ਼ੀ ਮੰਡੀ ਦਾ ਕੋਈ ਪ੍ਰਬੰਧ ਹੈ। ਇੱਥੇ ਪੀਜੀਆ ਵਿੱਚ ਰਹੇ ਲੜਕੇ ਅਤੇ ਲੜਕੀਆਂ ਆਏ ਦਿਨ ਗੁੰਡਾਗਰਦੀ ਕਰਦੇ ਰਹਿੰਦੇ ਹਨ, ਪਰ ਉਸ ਦੀ ਰੋਕਥਾਮ ਲਈ ਕੋਈ ਵੀ ਇੰਤਜ਼ਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਉਪਰੋਕਤ ਸਭ ਮਸਲਿਆਂ ਨੂੰ ਸੁਲਝਾਉਣ ਵੱਲ ਵਿਸ਼ੇਸ਼ ਧਿਆਨ ਦੇਵਾਂਗੇ ਤੇ ਸੁਸਾਇਟੀ ਨੂੰ ਹੋਰ ਵੀ ਵਧੀਆ ਢੰਗ ਨਾਲ ਸਵਾਰਾਂਗੇ। ਇਸ ਮੌਕੇ ਹਰਮੋਹਨ ਸਿੰਘ, ਮਹੇਸ਼ ਕਥੂਰੀਆ, ਬਿਮਲ ਤ੍ਰਿਖਾ, ਰਮੇਸ਼ ਚੰਦ ਪੱਲਾ, ਹਰਜੀਤ ਸਿੰਘ ਕੰਗ, ਗੁਰਨਾਮ ਵਿੰਦਰ ਸਿੰਘ, ਹਰਪਾਲ ਸਿੰਘ ਜੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਐਸੋਸੀਏਸ਼ਨ ਦੇ ਆਗੂਆਂ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ। ਸਰਕਾਰ ਜਾਂ ਨਗਰ ਨਿਗਮ ਵੱਲੋਂ ਤੁਹਾਡੇ ਲਈ ਸੁਵਿਧਾਵਾਂ ਪ੍ਰੋਵਾਈਡ ਹੋ ਰਹੀਆਂ ਨੇ ਤੇ ਕੀ ਇਹਦੇ ਬਾਰੇ ਤੁਸੀਂ ਕਹੋਗੇ? ਸਰ, ਇਹ सोसाइटी 2015 ਚ ਬਣੀ ਹੈ। 2015 ਤੋਂ ਬਾਅਦ ਰੈਜ਼ੀਡੈਂਟ ਵੈਲਫੇਅਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੀ ਬਣੀ, ਪਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਕੋਲ ਇੱਥੇ ਕੋਈ ਆਫਿਸ ਨਹੀਂ ਹੈ। ਨੰਬਰ 2, ਇੱਥੇ ਰੈਜ਼ੀਡੈਂਟਸ ਹੈਗੇ ਸੀਨੀਅਰਸ, ਉਹਨਾਂ ਨੂੰ ਮਾਰਕੀਟਿੰਗ ਵਾਸਤੇ ਸ਼ਾਪਿੰਗ ਵਾਸਤੇ ਦੂਰ ਜਾਣਾ ਪੈਂਦਾ ਹੈ। ਦੂਰ ਮਾਰਕੀਟ 'ਚ ਇੱਥੇ ਕੋਈ ਸ਼ਾਪਿੰਗ ਕੰਪਲੈਕਸ ਨਹੀਂ ਹੈ, ਕੋਈ ਨਾਟ ਈਵਨ ਇਹ ਸਿੰਗਲ ਸ਼ਾਪ ਨਹੀਂ ਹੈ। ਅਤੇ ਬਾਕੀ ਮੇਨਟੇਨੈਂਸ ਵਗੈਰਾ ਜਿਹੜੀ ਹੈ, ਪਾਰਕ ਦੀ ਮੇਨਟੇਨੈਂਸ ਵੀ ਰਿਕੁਆਇਰਮੈਂਟ ਹੈਗੀ ਹੈ, ਉਹ ਅਪ ਟੂ ਡੇਟ ਨਹੀਂ ਹੈ। ਤੇ ਸਰਕਾਰ ਵੱਲੋਂ ਕੋਈ ਇਹਦੇ ਬਾਰੇ ਕੋਈ ਨਹੀਂ ਕੀਤਾ ਜਾ ਰਿਹਾ? ਕੋਈ ਤੁਸੀਂ ਸਰਕਾਰ ਤੱਕ ਪਹੁੰਚ ਕੀਤੀ ਜਾਂ ਨਹੀਂ ਇਸ ਵਿਸ਼ੇ 'ਤੇ? ਸਰ, ਪਹਿਲੀ ਐਸੋਸੀਏਸ਼ਨ ਨੇ ਸਾਡੇ ਅਪਰੋਚ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਫਿਰ ਕੁਝ ਡਿਵੈਲਪਮੈਂਟ ਕੁਝ ਹੋਈ ਨਹੀਂ। ਜਿਹੜਾ ਜੀ ਪ੍ਰੋਪਰਟੀ ਟੈਕਸ ਬਾਰੇ ਗੱਲ ਕਰ ਰਹੇ ਸੀ ਜੀ। ਹਾਂਜੀ, ਉਹ ਕੀ ਮਸਲਾ ਜੀ? ਸਰ, ਪ੍ਰੋਪਰਟੀ ਟੈਕਸ ਜਿਹੜਾ ਇੱਥੇ ਜਿਹੜਾ ਇਸ ਸਾਲ ਪ੍ਰੋਪਰਟੀ ਟੈਕਸ ਇਨਕਰੀਜ਼ ਹੋਇਆ, 300%। ਸਾਰੀ ਅੱਜ ਦਾ ਟੌਪਿਕ ਜਿਹੜਾ ਹੈ ਅਪ੍ਰੈਲ ਤੋਂ ਬਰਨਿੰਗ ਕੁਐਸਚਨ ਚੰਡੀਗੜ੍ਹ 'ਚ ਪੂਰੇ ਇਹੀ ਹੈ, ਪ੍ਰੋਪਰਟੀ ਟੈਕਸ ਰਾਈਜ਼ ਹੋ ਗਿਆ 300%। ਤਾਂ ਪ੍ਰੋਪਰਟੀ ਟੈਕਸ ਜਿਹੜਾ ਹੈ ਉਹ ਵੈਸੇ ਤਾਂ ਜ਼ੋਨ ਦੇ ਅਕੋਰਡਿੰਗਲੀ ਹੁੰਦਾ ਹੈ, ਜ਼ੋਨ 1 2 3, ਪਰ ਜਿਹੜੇ ਸੁਸਾਇਟੀਜ਼ ਦੇ ਫਲੈਟ ਹੈ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟ ਹੈ, ਉਹਨਾਂ 'ਚ ਉਹ 1% ਸੀਗਾ ਪਹਿਲਾਂ ਕਾਰਪੋਰੇਟ ਏਰੀਆ, ਜਿਹੜੇ ਮੋਰ ਦੈਨ 500 ਸਕੁਅਰ ਫੀਟ, ਅਤੇ ਹੁਣ ਜਿਹੜਾ ਹੈ ਹੁਣ ਇਹ ਵਧਾ ਕੇ 3 ਰੁਪੀਜ਼ ਪਰ ਸਕੁਅਰ ਫੀਟ ਕਰਤਾ। ਅਤੇ ਪਹਿਲਾਂ 1 ਰੁਪੀ ਪਰ ਸਕੁਅਰ ਫੀਟ ਦੇ ਹਿਸਾਬ ਨਾਲ ਸਾਡਾ ਏਰੀਆ ਫਲੈਟ ਦਾ 2 BHK ਦਾ 1075 ਸਕੁਅਰ ਫੀਟ ਆਉਂਦਾ ਹੈ। ਇਸ ਦਾ ਪਹਿਲਾਂ ਪ੍ਰੋਪਰਟੀ ਟੈਕਸ ਬਣਦਾ ਸੀ 1075 ਰੁਪਏ, ਅਤੇ ਹੁਣ ਉਹ 3 ਗੁਣਾ ਕਰਤਾ, 3225 ਦੇ ਅਪਰੋਕਸੀਮੇਟਲੀ ਬਣਦਾ। ਔਰ ਉਸ ਤੋਂ ਬਾਅਦ ਜੇ ਕੋਈ ਲੇਟ ਹੋ ਜਾਏ ਤਾਂ 25% ਪੈਨਲਟੀ ਹੈ। ਅਤੇ ਇਹ ਗੌਰਮੈਂਟ ਨੇ ਜਿਹੜਾ MC ਨੇ, ਗੌਰਮੈਂਟ ਨੇ ਜੋ ਪ੍ਰੋਪਰਟੀ ਟੈਕਸ ਰੇਜ਼ ਕੀਤਾ ਹੈ, ਇਹ ਸਹੀ ਨਹੀਂ ਹੈ।
ਔਰ ਰੇਜ਼ ਵੀ ਜਿਹੜਾ ਗਵਰਨਮੈਂਟ ਬਿਲਡਿੰਗ ਆ ਉਹਨਾਂ ਤੇ ਕੋਈ ਇੰਕਰੀਜ਼ ਨਹੀਂ ਕੀਤੀ, ਜਿਹੜੇ ਰੈਜ਼ੀਡੈਂਸ਼ੀਅਲ ਫਲੈਟਸ ਹੈ ਉਹਨਾਂ ਤੇ ਇੰਕਰੀਜ਼ ਕੀਤੀ ਹੈ। ਇਸ ਦਾ ਇਹਦੇ 'ਚ ਸੁਣਨ 'ਚ ਇਹ ਆਇਆ ਕਿ ਵੀ ਐਮਸੀ ਨੂੰ ਜੋ ਹੈ ਫਾਈਨੈਂਸ਼ੀਅਲ ਕੰਸਟ੍ਰੇਂਟਸ ਹੈ, ਜੇ ਉਹਨਾਂ ਨੂੰ ਫਾਈਨੈਂਸ਼ੀਅਲ ਕੰਸਟ੍ਰੇਂਟਸ ਹੈ ਸਰ, ਤੇ ਉਹਨਾਂ ਵਾਸਤੇ ਤਾਂ ਹੋਰ ਕੋਈ ਆਪਸ਼ਨ ਸੀਗੇ, ਜਿਵੇਂ ਕਿ ਇਹ ਹੁਣ ਚੰਡੀਗੜ੍ਹ ਦੀ ਜਿਹੜੀ ਪਾਪੂਲੇਸ਼ਨ ਹੈ, ਮੈਕਸਿਮਮ ਇੱਥੇ ਪਾਪੂਲੇਸ਼ਨ ਰਿਟਾਇਰਡ ਸੈਲਰੀਡ ਕਲਾਸ ਹੈ ਜਾਂ ਰਿਟਾਇਰਡ ਪਰਸਨਲ ਹੈ, ਤੇ ਉਹਨਾਂ ਦਾ ਸੋਰਸ ਆਫ ਇਨਕਮ ਇੰਨਾ ਜ਼ਿਆਦਾ ਨਹੀਂ ਹੈ, ਉਹਨਾਂ ਦੇ ਲਿਮਿਟਿਡ ਸੋਰਸ ਆਫ ਇਨਕਮ ਹੈ, ਉਹ ਪੇ ਨਹੀਂ ਕਰ ਸਕਦੇ ਇੰਨਾ। ਤੇ ਪਿਛਲੇ ਅਸੀਂ ਦਿੰਦੇ ਸੀਗੇ 860 ਰੁਪਏ 31 ਮਈ ਤੋਂ ਪਹਿਲਾਂ ਦੇ ਕੇ ਇੱਕ ਪਾਸੇ ਹੁੰਦੇ ਸੀ, ਹੁਣ ਹੈਗਾ 3225 ਰੁਪਏ, ਇਹ ਬਹੁਤ ਜ਼ਿਆਦਾ ਹੈ। ਤੇ ਦੂਜੇ ਜੇ ਗਵਰਨਮੈਂਟ ਨੇ ਇੰਕਰੀਜ਼ ਕਰਨਾ ਹੈ, ਆਪਣਾ ਫੰਡ ਇੰਕਰੀਜ਼ ਕਰਨਾ ਹੈ, ਐਮਸੀ ਨੇ ਇੰਕਰੀਜ਼ ਕਰਨਾ ਹੈ, ਤਾਂ ਨੰਬਰ 1 ਤਾਂ ਉਹ ਆਪਣਾ ਪਹਿਲਾਂ ਜਿਹੜੇ ਗਵਰਨਮੈਂਟ ਬਿਲਡਿੰਗ ਹੈ ਉਹਨਾਂ ਦੇ ਪੈਂਡਿੰਗ ਏਰੀਆ ਨੇ ਉਹ ਰਿਕਵਰ ਕਰਨ। ਨੰਬਰ 2 ਜਿਹੜਾ ਅਸੀਂ ਕਿ ਪਾਰਲੀਮੈਂਟ 'ਚ ਵੀ ਇਹ ਡਿਸਕਸ਼ਨ ਹੋਇਆ ਕਿ ਚੰਡੀਗੜ੍ਹ ਨੂੰ ਸੈਂਟਰਲ ਬਜਟ ਤੋਂ 6100 ਕਰੋੜ ਰੁਪਈਸ ਮਿਲਦਾ ਹੈ, ਉਹਦਾ ਐਜ਼ ਪਰ ਡੇਲੀ ਫਾਈਨਾਂਸ ਕਮਿਸ਼ਨ 30% ਚੰਡੀਗੜ੍ਹ ਨੂੰ ਮਿਲਣਾ ਚਾਹੀਦਾ ਹੈ, ਜਦ ਕਿ 30% ਹੁੰਦਾ ਤਕਰੀਬਨ 1800 ਕਰੋੜ ਦੇ ਕਰੀਬ, ਜਦ ਕਿ ਚੰਡੀਗੜ੍ਹ ਐਮਸੀ ਨੂੰ ਮਿਲਦਾ ਹੈ 571 ਕਰੋੜ ਹੀ। ਤੇ ਉਹ ਫੰਡ ਇੰਕਰੀਜ਼ ਹੋਵੇ ਤਾਂ ਇਹਦੀ ਫਾਈਨੈਂਸ਼ੀਅਲ ਪ੍ਰੋਬਲਮ ਐਮਸੀ ਦੀ ਰਿਜ਼ੋਲਵ ਹੋ ਸਕਦੀ ਹੈ, ਤੇ ਨਾ ਕਿ ਇਹ ਕਿ ਰੈਜ਼ੀਡੈਂਟਸ 'ਤੇ ਬਰਡਨ ਪਾਇਆ ਜਾਵੇ। ਰੈਜ਼ੀਡੈਂਟਸ ਆਲਰੇਡੀ ਬਹੁਤ ਸਫਰਿੰਗ 'ਚ ਹੈਗੇ ਪਹਿਲਾਂ ਹੀ। ਥੈਂਕ ਯੂ ਸਰ। ਸਰ ਇਹ ਜਿਹੜੇ ਆਪਣੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਪ੍ਰੈਫਰੈਂਸ ਨਹੀਂ ਮਤਲਬ ਕਾਰਪੋਰੇਸ਼ਨ ਦੇ ਰਹੀ ਕੋਈ ਹੈ ਜੀ ਕੋਈ ਸਰ ਜਿਹੜੇ ਸੀਨੀਅਰ ਸਿਟੀਜ਼ਨ ਨੂੰ ਹੈ ਪ੍ਰੋਪਰਟੀ ਟੈਕਸ 'ਚ ਨਾ ਪਹਿਲਾਂ ਸੀਗੀ ਕੋਈ ਪ੍ਰੈਫਰੈਂਸ, ਨਾ ਹੁਣ ਕੋਈ ਪ੍ਰੈਫਰੈਂਸ ਹੈਗੀ ਹੈ। ਜਦੋਂ ਇਹ 2015 ਚ ਕੰਪਲੈਕਸ ਤਿਆਰ ਹੋਇਆ ਔਰ ਇੱਥੇ ਸਾਨੂੰ ਅਲੋਟਮੈਂਟਸ ਹੋਈਆਂ ਰੈਜ਼ੀਡੈਂਟਸ ਨੂੰ, ਉਦੋਂ ਇੱਕ ਲੋੜ ਮਹਿਸੂਸ ਕੀਤੀ ਗਈ ਕਿ ਆਪਸ 'ਚ ਮਿਲ ਕੇ ਜੋ ਵੀ ਪ੍ਰੋਬਲਮਸ ਨੇ ਸੀਨੀਅਰ ਸਿਟੀਜ਼ਨ ਦੀਆਂ, ਖਾਸ ਕਰਕੇ ਜਿਹੜੇ ਰਿਟਾਇਰੀ ਬੰਦੇ ਆ, ਉਹ ਚਾਹੇ ਕਿਸੇ ਵੀ ਜਗ੍ਹਾ ਤੋਂ ਨੇ, ਕੋਈ ਬੈਂਕ ਦੇ ਨੇ, ਕੋਈ ਹੋਰ ਗਵਰਨਮੈਂਟ ਡਿਪਾਰਟਮੈਂਟ ਦੇ ਨੇ, ਕੋਈ ਕੁਛ ਨੇ, ਕਿਉਂਕਿ ਹਰ ਸੈਕਟਰ 'ਚ ਸੀਨੀਅਰ ਸਿਟੀਜ਼ਨ ਦੀ ਐਸੋਸੀਏਸ਼ਨ ਆ ਜਿਹਨੂੰ ਗਵਰਨਮੈਂਟ ਰਿਕੋਗਨਾਈਜ਼ ਕਰਦੀ ਆ। ਅਸੀਂ ਵੀ ਇੱਥੇ ਇਸ ਕਰਕੇ ਇਹ ਸੀਨੀਅਰ ਸਿਟੀਜ਼ਨਸ ਜਿਹੜੀ ਆ ਉਹ ਬਣਾਈ ਔਰ ਇਸ ਨੂੰ ਅਸੀਂ ਰਜਿਸਟਰਡ ਕੀਤਾ ਚੰਡੀਗੜ੍ਹ ਦੇ ਵਿੱਚ। ਰਜਿਸਟਰ ਨੰਬਰ ਜਿਵੇਂ ਸਾਡੇ ਇਹਦੇ 'ਚ ਜਿਹੜਾ ਬੋਰਡ ਲੱਗਿਆ ਉਹਦੇ 'ਚ ਹੈਗਾ ਤੁਹਾਡਾ ਮੈਂਸ਼ਨ ਆ। ਤੇ ਅਸੀਂ ਜਿਹੜੀ ਇਲੈਕਸ਼ਨ ਆ ਉਹ ਪਹਿਲਾਂ ਟੀਮ ਚੱਲੀ ਜਾਂਦੀ ਸੀ, ਕੋਈ ਤਕਰੀਬਨ 8 ਸਾਲ ਟੀਮ ਚੱਲੀ ਹੈ। ਫਿਰ ਅਸੀਂ ਮਤਲਬ ਆਪਣੇ ਆਪ ਕਿਸੇ ਨੇ ਕੋਈ ਉਹ ਨਹੀਂ ਸੀਗਾ, ਉਹਦੇ ਇਲੈਕਸ਼ਨ ਕੀਤੇ ਨੇ ਪਿੱਛੇ 1 ਹਫ਼ਤਾ ਹੋਇਆ, ਉਹਦੇ 'ਚ ਨਵੀਂ ਟੀਮ ਜਿਹੜੀ ਆ ਐਨਰਜੈਟਿਕ ਟੀਮ ਅਸੀਂ ਦਿੱਤੀ ਹੈ ਤਾਂ ਕਿ ਜਿਹੜੇ ਇਸ਼ੂਜ਼ ਸਾਡੇ ਸੀਨੀਅਰ ਸਿਟੀਜ਼ਨਸ ਨੇ ਉਹ ਦੇਖਣ। ਹਾਲੀ ਤੱਕ ਅਸੀਂ ਕੋਈ ਜ਼ਿਆਦਾ ਉਹ ਨਹੀਂ ਸੀ ਕਰ ਰਹੇ ਕਿ ਅਸੀਂ ਸਿਰਫ ਬਰਥਡੇ ਜਿਹੜਾ ਮੰਥਲੀ ਬਰਥਡੇ ਮਨਾਉਂਦੇ ਸੀ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਦੇ ਹੁੰਦੇ ਸੀ। ਹੁਣ ਇਹ ਨਵੀਂ ਟੀਮ ਆਈ ਹੈ, ਨਵੀਂ ਟੀਮ ਆਪਣੇ ਹੋਰ ਥੋੜ੍ਹੇ ਜਿਹੇ ਜਿਹੜੇ ਏਜੰਡੇ ਨੇ ਉਹ ਕਰੇਗੀ, ਕਿਉਂਕਿ ਸਾਨੂੰ ਦਿੱਕਤਾਂ ਬਹੁਤ ਨੇ ਇੱਥੇ। ਦਿੱਕਤਾਂ ਨੇ ਜਿਵੇਂ ਸਾਡੇ ਇੱਥੇ ਕੋਈ ਕਮਿਊਨਿਟੀ ਸੈਂਟਰ ਨਹੀਂ ਹੈਗਾ, ਕੋਈ ਮਾਰਕੀਟ ਨਹੀਂ ਹੈਗੀ, ਈਵਨ ਲੋਕਲ ਬੱਸ ਵੀ ਜਿਹੜੇ ਸਾਰੇ ਸੈਕਟਰਾਂ 'ਚ ਉਹ ਨਹੀਂ ਹੈਗੀ। ਸਾਡੇ ਜਿਹੜੇ ਬਜ਼ੁਰਗਾਂ ਵਾਸਤੇ ਤੁਰਨ ਦੇ ਰਸਤਾ ਸੜਕ ਦੇ ਨਾਲ ਪੇਮੈਂਟਸ ਨੇ ਉਹ ਨਹੀਂ ਹੈਗੀਆਂ, ਤੇ ਫੈਸਿਲਿਟੀਜ਼ ਜਿਹੜੀਆਂ ਸਾਨੂੰ ਕੋਈ ਨਹੀਂ, ਜ਼ੀਰੋ ਦੇ ਬਰਾਬਰ ਆ। ਔਰ ਜਿਹੜੇ ਟੈਕਸ ਨੇ ਜਾਂ ਲੀਜ਼ ਆ ਜਾਂ ਕੁਛ ਆ ਉਹ ਸਾਡੀਆਂ ਕਿਤੇ ਜ਼ਿਆਦਾ ਲਈਆਂ ਜਾਂਦੀਆਂ। ਬਾਕੀ ਸਾਡੇ ਕੋਲ ਇੱਥੇ ਸਾਡੇ ਚੇਅਰਮੈਨ ਨੇ RAW ਦੇ, ਉਹ ਤੁਹਾਨੂੰ ਸਾਰਾ ਜਦੋਂ RAW ਸਾਡੀ ਆਏਗੀ ਉਦੋਂ ਉਹਦੇ 'ਚੋਂ ਤੁਹਾਨੂੰ ਦੱਸਣਗੇ ਵੀ ਇੱਥੇ ਕਿਸ ਤਰ੍ਹਾਂ ਕੰਸਟਰਕਸ਼ਨ ਹੋਈ, ਕੀ ਹੋਇਆ ਕੀ ਨਹੀਂ ਹੋਇਆ। ਇਹ ਸੀਨੀਅਰ ਸਿਟੀਜ਼ਨ ਦੇ ਸਾਡੇ ਪ੍ਰੈਜ਼ੀਡੈਂਟ, ਜਨਰਲ ਸੈਕਟਰੀ, ਵਾਈਸ ਪ੍ਰੈਜ਼ੀਡੈਂਟ ਇਸ ਵੇਲੇ ਤੁਹਾਡੇ ਕੋਲ ਨੇ। ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਐਸੋਸੀਏਸ਼ਨ ਬਾਰੇ, ਤੇ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਸੀਨੀਅਰ ਸਿਟੀਜ਼ਨ ਨੂੰ ਹਰ ਜਗ੍ਹਾ ਦੇ ਉੱਤੇ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦੇ ਵਿਸ਼ੇ ਤੇ ਤੁਸੀਂ ਕੀ ਕਹੋਗੇ ਸਰ? मैं रणजीत सिंह तेवतिया, वाइस प्रेसिडेंट सीनियर सिटीजन वेलफेयर एसोसिएशन सेक्टर 63 चंडीगढ़, ये कहना चाहूँगा कि सीनियर सिटीज़न के लिए हर जगह सुविधाएं सरकार देती है। इस सेक्टर में सीनियर सिटीज़न के लिए किसी भी तरह की कोई भी सुविधा जो आम सीनियर सिटीज़न के लिए होती है नहीं है। ख़ास तौर पर सड़कों के साथ फुटपाथ नहीं है, सीनियर सिटीज़न सैर नहीं कर सकते प्रॉपरली। पार्क के लिए सरकार की तरफ से कोई व्यवस्था नहीं है। इसके अलावा मेरे सीनियर ने पहले अभी बताया, मार्केट है, स्कूल है, कम्युनिटी सेंटर है, बसेस की प्रॉब्लम है। कोई भी सुविधा चंडीगढ़ प्रशासन या नगर निगम की तरफ से सेक्टर 63 में नहीं दी गई है। जो कुछ थोड़ा बहुत कर रहा है ये रेजिडेंट वेलफेयर एसोसिएशन ही करती है, बाकी सरकार की तरफ से कोई सुविधा नहीं है किसी भी तरह की। मैं पवन कुमार केसरी, जनरल सेक्रेटरी सीनियर सिटीज़न वेलफेयर एसोसिएशन सेक्टर 63
Chandigarh, comprising the senior citizens of 2 BHK complex. ਸਰ ਇੱਥੇ ਕੀ ਸਮੱਸਿਆਵਾਂ ਨੇ ਜਿਹੜੀਆਂ ਸਰਕਾਰ ਹੱਲ ਨਹੀਂ ਕਰ ਰਹੀ? यहाँ जो मेन जो मैं समझता हूँ जो समस्या आ रही है जो है सीनियर सिटीजन्स के लिए जो फैसिलिटीज़ होनी चाहिए वो अवेलेबल नहीं है, नए सेक्टर की वजह से या पार्ट ऑफ द सेक्टर होने की वजह से। कोई डेजिग्नेटेड प्लेस हमारे लिए जो है सीनियर सिटीज़न के लिए जहाँ जो है वो बैठ करके या जो अपना विचार विमर्श कर सकें, ऐसा कुछ नहीं है। और इस कम्प्लेक्स में बेसिकली जो समस्या है वो है पीजीज़ की। जो बच्चे जो है 10-10, 12-12 बच्चे एक फ्लैट में जो है वो प्रॉपर्टी जो डीलर्स हैं उनके थ्रू या जो लैंडलॉर्ड्स हैं, अलॉटीज़ हैं, वो रेंट के चक्कर में जो लाभ में जो है वो प्रॉफिट के चक्कर में जो है दे देते हैं। उससे सीनियर सिटीजन्स को जो है बड़ी परेशानी होती है, क्योंकि सीनियर सिटीज़न की एलिमेंट्स जो है विद द पैसेज ऑफ एज बढ़ जाती हैं। रात को जो है वो सोने में जो है कई बार जो उनको डिस्टर्बेंस आती है। जब लड़के जो इकट्ठे होकर के हल्ला गुल्ला करते हैं या म्यूज़िक चलाते हैं तो उससे भी एक डिस्टर्बेंस जो है काफ़ी प्रॉब्लम फेस करने में आ रही है। कई बार जो 1-2 बार देखा गया है कि अगर किसी के साथ झगड़ा हो जाता है, कोई जाकर के उनको टोकता है सीनियर सिटीजन उनको बच्चों को, तो वो उनका नेटवर्किंग इतना है कि विदिन 5-10 मिनट 50-60-70 बच्चे जो है एकदम इकट्ठे हो जाएंगे और वो जो दैट बिकम्स ए लॉ एंड ऑर्डर प्रॉब्लम आल्सो। और उनकी जो है गाड़ियों में जो है वो हॉकी स्टिक्स एंड ऑल दैट सारा जो है अवेलेबल होता है, तो वो जो है एक बड़ा अनटावर्ड सा इंसिडेंट हो जाता है। उसमें जो है 2-3 बार हमारा जो है मैं विटनेस के रात को 2 बजे जो है ब्लॉक नंबर 7 और 8 के बीच में जो है वो 70-80 बच्चे जो है इकट्ठे हो गए। पुलिस आई, लेकिन पुलिस ने जो अपनी कार्रवाई करके चले जाना है, लेकिन उससे जो है सीनियर सिटीजन्स को जो है जो हेल्थ प्रॉब्लम्स हैं उसमें जो है बड़ा एक इम्पेडिमेंट है। ये जो है जो भी जो है सबसे पहले यहाँ जो है चंडीगढ़ हाउसिंग बोर्ड और चंडीगढ़ एडमिनिस्ट्रेशन कोई ब्लू प्लान तैयार करे जिसके वजह से जो है ट्राईपार्टाइट एग्रीमेंट जिसमें आरडब्ल्यू को पार्टी बनाया जाए और रेंट एग्रीमेंट में जो है बच्चे कितने बच्चे वहाँ रहेंगे पीजीज़ के लिए जो है वो अगर हो देना है तो उसके लिए कुछ कोड ऑफ कंडक्ट होना चाहिए, जिसके अगर वो नहीं एडहेयर करता तो उसकी वजह से उसको जो है वो उसको खाली कराने आरडब्ल्यू उसको खाली करा सकती है। उससे जो है सीनियर सिटीजन को काफ़ी रिलीफ मिल जाएगा। सेकेंडली जो है यहाँ डेजिग्नेटेड प्लेस जो होना बहुत ज़रूरी है, जहाँ जो है वो सीनियर सिटीज़न बैठ कर के अपना मीटिंग वगैरह कर सकें, कोई फंक्शन करना है वो कर सकें। उसके लिए हाउसिंग बोर्ड को कोई ना कोई डेजिग्नेटेड प्लेस देना चाहिए। सर ये इतनी बड़ी सोसाइटी है जहाँ पे सिक्योरिटी का, जैसे आपने बताया कि जहाँ पे गुंडागर्दी बहुत होती है, तो कोई सोसाइटी ने किसी सिक्योरिटी का कोई अरेंजमेंट नहीं किया हुआ? सिक्योरिटी का अरेंजमेंट किया हुआ है, गार्ड जो है रात को घूमता है, लेकिन एक गार्ड उसमें सफिशिएंट नहीं है। नहीं सर, जैसे गेट पे गेटेड तो है ही नहीं जी, सोसाइटी गेटेड नहीं है। तो आपने इसकी डिमांड नहीं की सर? नहीं, हाउसिंग बोर्ड तो गेटेड सोसाइटी है ही नहीं कहीं भी, वो जो है गेट नहीं, तो सोसाइटी जो कोऑपरेटिव सोसाइटीज जो है बिल्डर होगी वो गेटेड होगी। ये जो है हाउसिंग बोर्ड के फ्लैट्स हैं, ये कम्प्लेक्स है, इट इज़ ओपन फ्रॉम ऑल साइड। और इसमें जो है मोहाली से जो है वो इट इज़ नियर बाई, मोहाली से भी आ जाते हैं, इधर से भी आगे, चंडीगढ़ से भी आ गए, तो उसमें जो है कहीं जो है कोई जो है रोक टोक नहीं है और कोई पुलिस का नाका नहीं है, पुलिस नाका लगा के रखे या वहाँ से जो एंट्री रेस्ट्रिक्ट की जाए, ऐसा कुछ यहाँ पे प्रोविज़न नहीं है। ਸਰ ਤੁਸੀਂ ਇੱਥੇ ਪੁਲਿਸ ਚੌਂਕੀ ਵਗੈਰਾ ਕੋਈ ਬਣਾਉਣ ਲਈ ਕੋਈ ਡਿਮਾਂਡ ਰੱਖੀ ਹੈ ਕਿਤੇ? नहीं, वो आरडब्ल्यू करती रहती है, बीच में जो है आरडब्ल्यू के पास ही इसका चलता है। नहीं सर, इसके लिए आप एसएसपी से डिमांड कर सकते हैं कि जहाँ पे ये नाका लगाया जाए। सर आप नाके की डिमांड कर सकते हैं, इसके बारे में कुछ किया नहीं? वो अभी हमें रिसेंटली वी हैव बिन सोसाइटी बनी है, नया जो मेंबरशिप आए हैं, कल हमारी मीटिंग होने वाली है, उसमें वी विल डिस्कस के व्हाट वी कैन डू, इसमें से क्या हम बेटर कर सकते हैं, नेक्स्ट प्लान ऑफ एक्शन हमारा क्या रहेगा और उसके गवर्नमेंट के साथ हमारा जो है क्या जो है इस तरह से जो हम कॉरस्पॉन्ड करेंगे कुछ इश्यूज़ पे जो है दैट वी विल टेक। ਸਰ ਕੋਈ ਇਹੋ ਜਿਹੀ ਘਟਨਾ ਕਦੇ ਵਾਪਰੀ ਆ ਵੀ ਜਿਵੇਂ ਸਟੂਡੈਂਟ ਰਹਿੰਦੇ ਹੋ ਕੋਈ मतलब कोई इदां ਦੀ घटना? ये कई बार हो चुका है, 2 बार का तो मैं विटनेस बता रहा हूँ। एक तो रात को 2 बजे जो है वहाँ जो है वो 7 और 8 ब्लॉक के बीच में जो है वो 70-80 बच्चे इकट्ठे हो गए। उन्होंने किसी के लड़के के साथ भी अगर कोई किसी ने जाकर के बोल दिया तो उन्होंने नेटवर्किंग इतनी है कि इमीडिएटली दे हैव टेलीफोन टू ऑल द माय फेलो फ्रेंड्स, वो सारे इकट्ठे हो गए। और एक में फ्लैट में मेरा ख्याल है कि 10 बच्चे रह रहे हैं, कभी कोई आ रहा है कभी जा रहा है। ओके सर, ओके, थैंक यू।